Hello friends, welcome to the YouTube channel Support for Education, and today we are going to do 8th chapter from our English textbook, and the name of the chapter is Two Gentlemen of Verona, written by A.J. Cronin. Friends, in this video we have done the short answers and the long answers of this chapter. And if you want to read the chapter line by line and understand the same in Punjabi, you can do this in the video whose link is given in the description box. And if you have still not subscribed to the YouTube channel Support for Education, please subscribe to the channel so that you get the notifications of our new videos. So let us start. So the first question is, what were the jobs that the two boys undertook? इसका अर्थ है वो दोवे मुंडे केड़े केड़े काम करते सी. तो इसका आंसर है the two boys Nicola and Jacopo undertook a number of jobs. They sold fruit, polished shoes, hawked newspapers, conducted tourists round the town and carried messages. ਤੇ ਇਸ ਦਾ ਅਰਥ ਹੈ ਕਿ ਉਹ ਮੁੰਡੇ ਨਿਕੋਲਾ ਤੇ ਜਕੋਪੋ ਕਈ ਤਰ੍ਹਾਂ ਦੇ ਕੰਮ ਕਰਦੇ ਸੀਗੇ, ਜਿਵੇਂ ਉਹ ਫਰੂਟ ਵੇਚਦੇ ਸੀਗੇ, ਸ਼ੂਜ਼ ਪੋਲਿਸ਼ ਕਰਦੇ ਸੀਗੇ, ਅਖਬਾਰਾਂ ਵੰਡਦੇ ਸੀਗੇ ਤੇ ਟੂਰਿਸਟ ਨੂੰ ਸ਼ਹਿਰ ਘੁਮਾਉਂਦੇ ਸੀਗੇ ਤੇ ਕਈ ਮੈਸੇजेस ਹੈ ਉਹ ਕੈਰੀ ਕਰਦੇ ਸੀਗੇ. ਅਗਲਾ ਕੁਐਸਚਨ ਹੈ, Describe the physical appearance of both the boys. ਤੇ ਦੋਨਾਂ ਮੁੰਡਿਆਂ ਦਾ ਕਿਸ ਤਰ੍ਹਾਂ ਦਾ appearance ਸੀਗਾ, ਕਿਸ ਤਰ੍ਹਾਂ ਦਾ ਉਹਨਾਂ ਦਾ ਹੁਲੀਆ ਸੀਗਾ. ਤੇ ਇਸ ਦਾ ਆਨਸਰ ਹੈ The two boys were real brothers. Nicola was 13 years old and Jacopo was 12 years old. They had brown skin, tangled hair and dark sincere eyes. Jacopo was lively as a squirrel and Nicola had an attractive smile. ਤੇ ਇਸ ਦਾ ਅਰਥ ਹੈ ਕਿ ਦੋਵੇਂ ਬॉयਜ਼ ਸਕੇ ਭਰਾ ਸਨ ਤੇ ਨਿਕੋਲੋ 13 ਸਾਲ ਦਾ ਸੀਗਾ, ਜਕੋਪੋ 12 ਸਾਲ ਦਾ ਸੀਗਾ. ਉਹਨਾਂ ਦੀ ਬਰਾਊਨ ਸਕਿਨ ਸੀਗੀ, ਉਲਝੇ ਹੋਏ ਵਾਲ ਸੀਗੇ ਤੇ ਉਹਨਾਂ ਦੀ ਡਾਰਕ ਤੇ ਸਿੰਸੀਅਰ ਹੈ ਉਹ ਅੱਖਾਂ ਸੀਗੀਆਂ. ਤੇ ਜਕੋਪੋ ਬਹੁਤ ਜ਼ਿਆਦਾ ਲਾਈਵਲੀ ਸੀਗਾ, ਜਿਸ ਤਰ੍ਹਾਂ ਗਰਲਹਿਰੀ ਹੁੰਦੀ ਹੈ, ਤੇ ਨਿਕੋਲਾ ਤੇ ਉਸ ਦੀ ਸਮਾਈਲ ਹੈ ਬਹੁਤ ਅਟਰੈਕਟ ਕਰਦੀ ਸੀ. ਹਾਊ ਵਰ ਦ ਟੂ ਬॉयਜ਼ ਯੂਜ਼ਫੁਲ ਫॉर ਦ ਨਰੇਟਰ ਇਨ ਮੈਨੀ ਵੇਜ਼. ਉਹ ਦੋਵੇਂ ਮੁੰਡੇ ਨਰੇਟਰ ਦੇ ਕਿਸ ਤਰ੍ਹਾਂ ਨਾਲ ਕੰਮ ਆਏ. The narrator and his friend had come to Verona as tourists. The two boys helped them in getting American chocolates, getting opera seats booked for them and telling them names of good restaurant. Narrator ਤੇ ਉਸ ਦਾ ਦੋਸਤ ਹੈ ਵੈਰੋਨਾ ਆਏ ਹੋਏ ਸੀਗੇ ਐਜ਼ ਅ ਟੂਰਿਸਟ, ਘੁੰਮਣ ਫਿਰਨ ਆਏ ਹੋਏ ਸੀਗੇ ਤੇ ਦੋਵੇਂ ਮੁੰਡਿਆਂ ਨੇ ਉਹਨਾਂ ਨੂੰ ਇਹ ਦੱਸਿਆ ਵੀ ਅਮਰੀਕਨ ਚਾਕਲੇਟ ਤੁਸੀਂ ਕਿੱਥੋਂ ਲੈ ਸਕਦੇ ਹੋ ਤੇ ਓਪਰਾ ਸ਼ੋਅ ਦੀ ਸੀਟਾਂ ਕਿੱਥੋਂ ਬੁੱਕ ਹੋਣਗੀਆਂ ਤੇ ਉਹਨਾਂ ਨੂੰ ਵਧੀਆ ਰੈਸਟੋਰੈਂਟ ਦੇ ਬਾਰੇ ਵੀ ਦੱਸਿਆ. ਵਾਈ ਡਿਡ ਦ ਟੂ ਬॉयਜ਼ ਵਰਕ ਐਂਡਲੈਸਲੀ. ਉਹ ਦੋਵੇਂ ਮੁੰਡੇ ਬਿਨਾਂ ਰੁਕੇ ਕੰਮ ਕਿਉਂ ਕਰ ਰਹੇ ਸਨ. ਦ ਟੂ ਬॉयਜ਼ ਵਰ ਔਰਫਨਸ ਐਂਡ ਹੈਡ ਅ ਸਿਸਟਰ ਨੇਮ ਲੂਸੀਆ. ਸ਼ੀ ਵਾਜ਼ ਸਫਰਿੰਗ ਫਰਮ ਟਿਊਬਰਕਲੋਸਿਸ ਆਫ ਸਪਾਈਨ. She was admitted in a hospital at Poletta. Both the boys, Nicola and Jacopo, worked hard to pay hospital expenses for the treatment of their sister. ਤੇ ਇਸ ਦਾ ਅਰਥ ਹੈ ਕਿ ਦੋਵੇਂ ਮੁੰਡੇ ਸੀਗੇ ਉਹ ਅਨਾਥ ਸੀਗੇ ਤੇ ਉਹਨਾਂ ਦੀ ਭੈਣ ਸੀਗੀ ਜਿਸ ਦਾ ਨਾਂ ਸੀਗਾ ਲੂਸੀਆ, ਜਿਹਨੂੰ ਸਪਾਈਨ ਦਾ ਰੀੜ੍ਹ ਦੀ ਹੱਡੀ ਦਾ ਟਿਊਬਰਕਲੋਸਿਸ ਦੀ ਬਿਮਾਰੀ ਸੀਗੀ ਤੇ ਉਹ ਇੱਕ ਹਸਪੀਟਲ ਵਿੱਚ ਐਡਮਿਟਡ ਸੀਗੀ ਪੋਲੇਟਾ ਵਿੱਚ. ਤੇ ਦੋਨਾਂ ਮੁੰਡਿਆਂ ਨੂੰ ਆਪਣੇ ਭੈਣ ਦੇ ਇਲਾਜ ਦੇ ਲਈ ਹਸਪੀਟਲ ਦਾ ਬਿੱਲ ਪੇ ਕਰਨ ਲਈ ਲਗਾਤਾਰ ਕਾਫੀ ਕੰਮ ਕਰਨਾ ਪੈਂਦਾ ਸੀਗਾ. ਵੇਅਰ ਡਿਡ ਦ ਨਰੇਟਰ ਡਰਾਈਵ ਦ ਟੂ ਬॉयਜ਼. ਲੇਖਕ ਦੋਵੇਂ ਮੁੰਡਿਆਂ ਨੂੰ ਕਿੱਧਰ ਲੈ ਕੇ ਗਿਆ. ਦ ਨਰੇਟਰ ਡਰੋਵ ਬੋਥ ਦ ਬॉयਜ਼ ਨਿਕੋਲਾ ਐਂਡ ਜਕੋਪੋ ਟੂ ਦ ਵਿਲੇਜ ਪੋਲੇਟਾ ਵੇਅਰ ਦੇਅਰ ਸਿਸਟਰ ਲੂਸੀਆ ਵਾਜ਼ ਐਡਮਿਟਡ ਇਨ ਅ ਹਸਪੀਟਲ. ਤੇ ਜਿਹੜਾ ਲੇਖਕ ਹੈ ਦੋਨੋਂ ਮੁੰਡਿਆਂ ਨਿਕੋਲਾ ਤੇ ਜਕੋਪੋ ਨੂੰ ਇੱਕ ਪਿੰਡ ਪੋਲੇਟਾ ਵਿੱਚ ਲੈ ਗਿਆ ਜਿੱਥੋਂ ਦੇ ਹਸਪੀਟਲ ਵਿੱਚ ਉਹਨਾਂ ਦੀ ਭੈਣ ਹੈ ਲੂਸੀਆ ਉਹ ਐਡਮਿਟਡ ਸੀਗੀ. ਹੂ ਵਾਜ਼ ਅ ਵੂਮਨ ਐਟ ਦ ਵਿਲੇਜ. ਪਿੰਡ ਵਿੱਚ ਉਹ ਮਹਿਲਾ ਉਹ ਇਸਤਰੀ ਕੌਣ ਸੀ. ਵੈਨ ਦ ਨਰੇਟਰ ਰੈਂਗ ਦ ਬੈਲ ਆਫ ਸਾਈਡ ਐਂਟਰੈਂਸ ਆਫ ਦ ਹਸਪੀਟਲ ਅ ਪਲੇਜ਼ੈਂਟ ਲੁਕਿੰਗ ਵੂਮਨ ਵਿਦ ਸਟੀਲ ਰਿਮਡ ਸਪੈਕਟੀਕਲਸ ਅਪੀਅਰਡ. She was dressed in white uniform of a trained nurse. So the woman whom the narrator met at the village was a pleasant looking trained nurse. ਤੇ ਇਸ ਦਾ ਅਰਥ ਹੈ ਕਿ ਜਦੋਂ ਲੇਖਕ ਨੇ ਹਸਪੀਟਲ ਦੀ ਸਾਈਡ ਐਂਟਰੈਂਸ ਦੀ ਬੈਲ ਵਜਾਈ ਤਾਂ ਇੱਕ ਚੰਗੀ ਦਿਖਣ ਵਾਲੀ ਔਰਤ ਜਾਂ ਇਸਤਰੀ ਬਾਹਰ ਆਈ ਜਿਸ ਨੇ ਕਿ ਗੋਲ ਸਟੀਲ ਦੇ ਰਿਮ ਵਾਲੀ ਐਨਕ ਪਾਈ ਹੋਈ ਸੀ ਤੇ ਉਸਨੇ ਟ੍ਰੇਨਡ ਨਰਸਾਂ ਵਾਲੇ
ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਉਹ ਔਰਤ ਜਿਸ ਨੂੰ ਲੇਖਕ ਵਿਲੇਜ ਵਿੱਚ ਮਿਲਿਆ, ਪਿੰਡ ਵਿੱਚ ਮਿਲਿਆ, ਉਹ ਇੱਕ ਚੰਗੀ ਦਿਖਣ ਵਾਲੀ ਟ੍ਰੇਨਡ ਨਰਸ ਸੀ। ਵਟ ਮੇਡ ਦਾ ਨਰੇਟਰ ਫੋਲੋ ਦਾ ਬॉयਜ਼। ਲੇਖਕ ਨੇ ਉਹ ਮੁੰਡਿਆਂ ਦਾ ਪਿੱਛਾ ਕਿਉਂ ਕੀਤਾ? The narrator followed the boys Niccolo and Jacopo to see whom they were visiting। ਲੇਖਕ ਨੇ ਮੁੰਡਿਆਂ ਦਾ ਪਿੱਛਾ ਇਸ ਕਰਕੇ ਕੀਤਾ ਤਾਂ ਕਿ ਉਹ ਦੇਖ ਸਕੇ ਕਿ ਉਹ ਕਿਹਦੇ ਕੋਲ ਆਏ ਹੋਏ ਹਨ। What did Lucia aspire to be? ਲੂਸੀਆ ਕੀ ਬਣਨਾ ਚਾਹੁੰਦੀ ਸੀ? Lucia aspired to be a singer। ਲੂਸੀਆ ਇੱਕ ਸਿੰਗਰ ਬਣਨਾ ਚਾਹੁੰਦੀ ਸੀ। Why was the narrator deeply moved? ਕਿ ਉਹ ਨਰੇਟਰ ਹੈ ਕਿਸ ਗੱਲ ਨਾਲ ਹੈ ਜਾਂ ਕਿਉਂ ਡੀਪਲੀ ਮੂਵ ਹੋ ਗਿਆ? The nurse told the narrator about the tragic story of the two boys and their sister. The boys didn't lose heart despite the odds they were facing. They were working hard to pay the hospital expenses of their sister. So the narrator was deeply moved by two boys' devotion toward their sick sister. ਨਰਸ ਨੇ ਲੇਖਕ ਨੂੰ ਦੋ ਮੁੰਡਿਆਂ ਅਤੇ ਉਹਨਾਂ ਦੀ ਭੈਣ ਦੀ ਟ੍ਰੈਜਿਕ ਸਟੋਰੀ ਉਹ ਦੱਸੀ ਅਤੇ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਮੁੰਡਿਆਂ ਨੇ ਹਿੰਮਤ ਨਹੀਂ ਸੀ ਹਾਰੀ। ਉਹ ਆਪਣੀ ਭੈਣ ਦੇ ਹਸਪੀਟਲ ਦੇ ਖਰਚੇ ਲਈ ਇਲਾਜ ਵਾਸਤੇ ਦਿਨ ਰਾਤ ਕੰਮ ਕਰ ਰਹੇ ਸਨ ਅਤੇ ਉਹ ਮੁੰਡਿਆਂ ਦੀ ਡਿਵੋਸ਼ਨ ਦੇਖ ਕੇ ਜਿਹੜਾ ਲੇਖਕ ਹੈ ਉਹ ਡੀਪਲੀ ਮੂਵ ਹੋ ਗਿਆ। ਵਟ ਮੇਡ ਦ ਟੂ ਬ੍ਰਦਰਸ ਐਂਡ ਦੇਅਰ ਸਿਸਟਰ ਔਰਫਨਸ। ਉਹ ਦੋ ਭਰਾ ਅਤੇ ਉਹਨਾਂ ਦੀ ਭੈਣ ਹੈ ਅਨਾਥ ਕਿਸ ਤਰ੍ਹਾਂ ਹੋ ਗਏ? The father of two boys was a widower and a well-known singer. He was killed in early part of the war. There, ਜਿਸ ਦਾ ਅਰਥ ਹੈ ਨਿਕੋਲਾ ਤੇ ਜਕੋਪੋ, house was destroyed and they became homeless. It was how the two boys and their sister became orphans. ਤੇ ਇਸ ਦਾ ਅਰਥ ਹੈ ਕਿ ਦੋ ਮੁੰਡਿਆਂ ਦੇ ਫਾਦਰ ਜਿਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਉਹ ਇੱਕ ਬਹੁਤ ਹੀ ਫੇਮਸ ਸਿੰਗਰ ਸੀਗਾ ਅਤੇ ਸ਼ੁਰੂਆਤੀ ਜੰਗ ਵਿੱਚ ਹੀ ਉਹ ਮਾਰਿਆ ਗਿਆ ਅਤੇ ਉਹ ਮੁੰਡਿਆਂ ਦਾ ਘਰ ਵੀ ਡਿਸਟਰੋਏ ਹੋ ਗਿਆ ਅਤੇ ਉਹ ਬੇਘਰ ਹੋ ਗਏ ਅਤੇ ਇਸ ਤਰ੍ਹਾਂ ਉਹ ਦੋ ਬੱਚੇ ਅਤੇ ਉਹਨਾਂ ਦੀ ਭੈਣ ਹੈ ਉਹ ਅਨਾਥ ਹੋ ਗਏ। ਵਟ ਇਜ਼ ਦ ਮੈਸੇਜ ਕਨਵੇਡ ਬਾਏ ਦ ਟੂ ਬॉयਜ਼ ਇਨ ਦ ਸਟੋਰੀ? ਸੇ ਇਨ ਯੋਰ ਓਨ ਵਰਡਸ। ਦੋ ਮੁੰਡਿਆਂ ਵੱਲੋਂ ਇਸ ਸਟੋਰੀ ਵਿੱਚ ਸਾਨੂੰ ਕੀ ਮੈਸੇਜ ਦਿੱਤਾ ਗਿਆ ਹੈ? ਆਪਣੇ ਸ਼ਬਦਾਂ ਵਿੱਚ ਲਿਖੋ। The two boys convey the message that we should not lose heart even in adverse and unfortunate circumstances. They also conveyed us the value of love, devotion and selflessness in our family relationships. ਤੇ ਇਹ ਦੋ ਮੁੰਡਿਆਂ ਨੇ ਸਾਨੂੰ ਇਹ ਸੁਨੇਹਾ ਦਿੱਤਾ ਕਿ ਸਾਨੂੰ ਔਖੀ ਘੜੀਆਂ ਵਿੱਚ ਵੀ ਜਿਹੜੀ ਹਿੰਮਤ ਹੈ ਉਹ ਨਹੀਂ ਹਾਰਨੀ ਚਾਹੀਦੀ ਤੇ ਇਸ ਕਹਾਣੀ ਵਿੱਚ ਉਹਨਾਂ ਨੇ ਸਾਨੂੰ ਪਿਆਰ ਅਤੇ ਨਿਸਵਾਰਥ ਇਹਨਾਂ ਗੁਣਾਂ ਦੀ ਵੀ ਫੈਮਿਲੀ ਰਿਲੇਸ਼ਨਸ਼ਿਪ ਵਿੱਚ ਸਾਨੂੰ ਇਹਨਾਂ ਦੀ ਕੀਮਤ ਹੈ ਉਹ ਦੱਸੀ ਹੈ। ਡਰਾ ਅ ਬਰੀਫ ਕਰੈਕਟਰ ਸਕੈਚ ਆਫ ਦ ਟੂ ਬॉयਜ਼ ਇਨ ਦ ਸਟੋਰੀ। ਇਸ ਕਹਾਣੀ ਵਿੱਚ ਆਏ ਦੋ ਮੁੰਡਿਆਂ ਦਾ ਪਾਤਰ ਚਿੱਤਰਨ ਕਰੋ। ਨਿਕੋਲੋ ਐਂਡ ਜਕੋਪੋ were two brothers. Nicolo was 13 years old and Jacopo was 12. Their widower father had died in the war and their house was bombed. They became homeless and orphans. Their sister Lucia was suffering from tuberculosis of spine. The two boys took the responsibility of getting her treated. The boys had to work hard to pay the hospital expenses. They sold fruit, polished shoes, hawked newspapers, and conducted tourists round the town. They were shabbily dressed. They did not care for their own comforts but worked hard to earn money for the treatment of their sister. Though they were poor and homeless, they were really the two gentlemen of Verona. ਤੇ ਇਸ ਦਾ ਅਰਥ ਹੈ ਕਿ ਨਿਕੋਲਾ ਐਂਡ ਜਕੋਪੋ ਵਰ ਟੂ ਬ੍ਰਦਰਸ। ਉਹ ਸਕੇ ਭਰਾ ਸਨ। ਨਿਕੋਲਾ 13 ਸਾਲਾਂ ਦਾ ਸੀ ਅਤੇ ਜਕੋਪੋ 12 ਸਾਲ ਦਾ ਸੀ ਅਤੇ ਉਹਨਾਂ ਦੇ ਪਿਤਾ ਦੀ ਜੰਗ ਵਿੱਚ ਮੌਤ ਹੋ ਚੁੱਕੀ ਸੀ ਅਤੇ ਉਹਨਾਂ ਦੇ ਘਰ ਵਿੱਚ ਬੰਬ ਫਟ ਚੁੱਕਿਆ ਸੀਗਾ ਅਤੇ ਉਹ ਬੇਘਰ ਹੋ ਗਏ ਸੀਗੇ ਅਤੇ ਅਨਾਥ ਵੀ ਹੋ ਗਏ ਸੀਗੇ ਅਤੇ ਉਹਨਾਂ ਦੀ ਭੈਣ ਲੂਸੀ ਹੈ, ਉਸਨੂੰ ਰੀੜ੍ਹ ਦੀ ਹੱਡੀ ਦਾ ਟਿਊਬਰਕਲੋਸਿਸ ਹੋ ਗਿਆ ਸੀਗਾ ਅਤੇ ਉਹ ਦੋ ਮੁੰਡਿਆਂ ਦੇ ਸਿਰ 'ਤੇ ਜ਼ਿੰਮੇਵਾਰੀ ਆ ਗਈ ਆਪਣੀ ਭੈਣ ਦਾ ਟਰੀਟਮੈਂਟ ਕਰਾਉਣ ਦੀ ਅਤੇ ਉਹਨਾਂ ਨੇ ਫਰੂਟਸ ਵਿੱਚ ਬੂਟ ਪੋਲਿਸ਼ ਕੀਤੇ ਅਤੇ ਅਖਬਾਰਾਂ ਵੰਡੀਆਂ ਅਤੇ ਟੂਰਿਸਟ ਨੂੰ ਵੀ ਸ਼ਹਿਰ ਦੀ ਸੈਰ ਕਰਾਈ। ਉਹ ਬਹੁਤ ਚੰਗੀ ਤਰ੍ਹਾਂ ਡਰੈਸ ਅਪ ਨਹੀਂ ਸੀ ਹੁੰਦੇ ਅਤੇ ਉਹਨਾਂ ਨੂੰ ਆਪਣੀ ਚਿੰਤਾ ਨਹੀਂ ਸੀ, ਬਟ ਉਹ ਕਾਫੀ ਜ਼ਿਆਦਾ ਮਿਹਨਤ ਕਰ ਰਹੇ ਸੀਗੇ ਕਿ ਉਹ ਆਪਣੀ ਭੈਣ ਦਾ ਚੰਗਾ ਇਲਾਜ ਉਹ ਕਰਾ ਸਕਣ। ਇਹ ਮੰਨਿਆ ਕਿ ਉਹ ਗਰੀਬ ਸੀਗੇ ਅਤੇ ਹੋਮਲੈਸ ਸੀਗੇ
पर सचमुच ही वो टू जेंटलमैन ऑफ वरोना सीगे। राइट द थीम ऑफ द स्टोरी टू जेंटलमैन ऑफ वरोना इन योर ओन वर्ड्स। कहानी टू जेंटलमैन ऑफ वरोना का विषय वस्तु अपने शब्दों में लिखो। The chapter Two Gentlemen of Verona is based on the theme that we should face the misfortune of life boldly. The message is conveyed through the life struggle of two brothers, Nicola and Jacopo. They became homeless and orphans in their childhood, and their sister Lucia is suffering from tuberculosis of spine. Yet they are hopeful towards life. They sold fruits, polished shoes, and hawked newspapers. They worked hard for the treatment of their sister. They do not want sympathy and keep their problems a secret. This story conveys a message that sacrifice, sincerity and devotion add dignity to the life and give a new hope to humanity. ਤੇ ਇਸ ਕਹਾਣੀ ਦਾ ਵਿਸ਼ਾ ਕਿ ਸਾਨੂੰ ਮੁਸ਼ਕਿਲਾਂ ਦਾ ਵੀ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਤੇ ਇਹ ਸਾਨੂੰ ਦੋ ਭਰਾ ਨਿਕੋਲਾ ਤੇ ਜਕੋਪੋ ਦੀ ਲਾਈਫ ਦੇ ਥਰੂ ਦਿਖਾਇਆ ਗਿਆ ਤੇ ਜੋ ਕਿ ਬੇਘਰ ਤੇ ਅਨਾਥ ਹੋ ਗਏ ਸੀਗੇ ਆਪਣੇ ਬਚਪਨ ਵਿੱਚ, ਤੇ ਉਹਨਾਂ ਦੀ ਭੈਣ ਲੂਸੀ ਉਹ ਟੂਬਰਕਲੋਸਿਸ ਨਾਲ ਪੀੜਤ ਸੀ। ਫਿਰ ਵੀ ਉਹਨਾਂ ਨੂੰ ਇੱਕ ਆਸ ਸੀ ਤੇ ਉਹਨਾਂ ਨੇ ਕੀ ਕੰਮ ਕੀਤੇ। ਉਹਨਾਂ ਨੇ ਫਰੂਟਸ ਵੇਚੇ, ਬੂਟ ਪਾਲਿਸ਼ ਕੀਤੇ ਤੇ ਅਖਬਾਰਾਂ ਵੰਡੀਆਂ ਤੇ ਆਪਣੀ ਭੈਣ ਦਾ ਵਧੀਆ ਟ੍ਰੀਟਮੈਂਟ ਕਰਾਉਣ ਲਈ ਉਹਨਾਂ ਨੇ ਕਾਫੀ ਹਾਰਡ ਵਰਕ ਕੀਤਾ। ਤੇ ਉਹਨਾਂ ਨੂੰ ਕੋਈ ਸਿੰਪੈਥੀ ਦੀ ਮੰਗ ਨਹੀਂ ਸੀ, ਕਿਸੇ ਤੋਂ ਸਿੰਪੈਥੀ ਨਹੀਂ ਚਾਹੁੰਦੇ ਸੀਗੇ ਤੇ ਆਪਣੀ ਪ੍ਰੋਬਲਮ ਨੂੰ ਉਹ ਇੱਕ ਸੀਕ੍ਰੇਟ, ਇੱਕ ਰਾਜ਼ ਹੀ ਰੱਖਣਾ ਚਾਹੁੰਦੇ ਸੀਗੇ। ਤੇ ਬਲੀਦਾਨ, ਤਿਆਗ ਅਤੇ ਸਿੰਸੈਰਿਟੀ ਨਾਲ ਹਿਊਮੈਨਿਟੀ ਨੂੰ ਇੱਕ ਨਵਾਂ ਹੋਪ ਹੈ ਉਹ ਮਿਲ ਸਕਦਾ ਹੈ। ਇਹ ਇਸ ਪਾਠ ਦਾ ਵਿਸ਼ਾ ਵਸਤੂ ਹੈ। ਐਕਸਪਲੇਨ ਇਨ ਬਰੀਫ ਦ ਕੰਡੀਸ਼ਨ ਇਨ ਵਿਚ ਦ ਟੂ ਬॉयਜ਼ ਗਰੂ ਅਪ। ਉਹ ਦੋ ਮੁੰਡੇ ਕਿਨ ਹਾਲਾਤਾਂ ਵਿੱਚ ਵੱਡੇ ਹੋਏ ਉਹਨਾਂ ਦੇ ਬਾਰੇ ਦੱਸੋ। The two boys, Nicola and Jacopo, grew up under very miserable conditions after death of their father. Their father was a well-known singer and they lived a very comfortable and cultured life. Their father had died in the war and house was bombed. They became homeless and orphans. They suffered horribly from near starvation and exposure in cold winter. The city was occupied by Germans. The boys grew to hate Germans. They joined the resistance movement. After the war, they got reunited with their sister Lucia, who was suffering from tuberculosis of spine. The boys were working hard to meet the hospital expenses. So the two boys grew up in the most adverse conditions, but they did not lose heart. ਦੋਵੇਂ ਮੁੰਡੇ ਨਿਕੋਲਾ ਐਂਡ ਜਕੋਬੋ ਬਹੁਤ ਹੀ ਦੁੱਖ ਭਰੀ ਕੰਡੀਸ਼ਨ ਵਿੱਚ ਵੱਡੇ ਹੋਏ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ। ਤੇ ਜਦੋਂ ਉਹਨਾਂ ਦੇ ਪਿਤਾ ਜਿੰਦਾ ਸੀਗੇ, ਉਹ ਵੈਲ ਨੋਨ, ਉਹ ਬਹੁਤ ਹੀ ਮਸ਼ਹੂਰ ਸਿੰਗਰ ਸੀਗੇ ਤੇ ਉਹ ਵਧੀਆ ਤੇ ਕੰਫਰਟੇਬਲ ਲਾਈਫ ਹੈ ਉਹ ਜਿਉਂਦੇ ਸੀਗੇ। ਤੇ ਉਹਨਾਂ ਦੇ ਪਿਤਾ ਦੀ ਜੰਗ ਵਿੱਚ ਮੌਤ ਹੋ ਗਈ ਤੇ ਘਰ ਤੇ ਜਿਹੜਾ ਘਰ ਉਹ ਤਬਾਹ ਹੋ ਗਿਆ ਬੰਬ ਦੇ ਕਾਰਨ, ਤੇ ਉਹ ਬੇਘਰ ਤੇ ਅਨਾਥ ਹੋ ਗਏ ਤੇ ਉਹਨਾਂ ਨੇ ਬਹੁਤ ਹੀ ਭੁੱਖਮਰੀ ਅਤੇ ਠੰਡ ਦਾ ਸਾਹਮਣਾ ਕੀਤਾ। ਪੂਰਾ ਸ਼ਹਿਰ ਜਰਮਨ ਲੋਕਾਂ ਦੇ ਕਬਜ਼ੇ ਵਿੱਚ ਸੀਗਾ ਤੇ ਉਹ ਮੁੰਡੇ ਆ ਉਹ ਜਰਮਨਸ ਨੂੰ ਕਾਫੀ ਹੇਟ ਕਰਦੇ ਸੀਗੇ ਤੇ ਉਹਨਾਂ ਨੇ ਇੱਕ ਵਿਦਰੋਹ ਮੂਵਮੈਂਟ ਤੇ ਉਹ ਜੁਆਇਨ ਕੀਤੀ। ਤੇ ਜੰਗ ਤੋਂ ਬਾਅਦ ਉਹ ਆਪਣੀ ਭੈਣ ਲੂਸੀਆ ਨੂੰ ਮਿਲੇ ਤੇ ਜਿਸ ਨੂੰ ਟਿਊਬਰਕਲੋਸਿਸ ਦੀ ਬਿਮਾਰੀ ਸੀਗੀ। ਤੇ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ, ਬਹੁਤ ਹੀ ਕੰਮ ਕੀਤਾ ਤਾਂ ਕਿ ਉਹ ਆਪਣੀ ਭੈਣ ਦਾ ਚੰਗੇ ਤਰੀਕੇ ਨਾਲ ਇਲਾਜ ਕਰਾ ਪਾਉਣ, ਪਰ ਉਹਨਾਂ ਨੇ ਕਦੇ ਹਿੰਮਤ ਨਹੀਂ ਸੀ ਹਾਰੀ।